ਉਹ ਲਹੇ ਜਾ ਰਹੇ ਹਨ। ਬਟ ਵੈਨ ਇਟ ਕਮਸ ਟੂ ਹੁਣ ਅਸਾਈਲਮ, ਬਹੁਤ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ। ਕੀ ਬਣੇਗਾ ਜੇਕਰ ਤੁਸੀਂ ਅਸਾਈਲਮ ਫਾਈਲ ਕਰਦੇ ਹੋ? ਪਹਿਲਾਂ ਤੁਸੀਂ ਫਾਈਲ ਕਰਦੇ ਸੀਗੇ ਤਾਂ ਜਿਵੇਂ ਹੀ ਤੁਸੀਂ ਫਾਈਲ ਕੀਤਾ ਤਾਂ 90 ਡੇਜ਼ 150 ਡੇਜ਼ ਲੱਗਦੇ ਸੀਗੇ ਟੂ ਗੈਟ ਯੂਰ ਵਰਕ ਆਥੋਰਾਈਜੇਸ਼ਨ। ਨਾਲ ਹੀ ਤੁਹਾਨੂੰ ਸੋਸ਼ਲ ਸਿਕਿਉਰਿਟੀ ਵੀ ਜਿਹੜੀ ਹੈ ਇਸ਼ੂ ਹੋ ਜਾਂਦੀ ਸੀਗੀ। ਪਰ ਰਾਸ਼ਟਰਪਤੀ ਸਾਹਿਬ ਹੁਣ ਕੀ ਸੋਚ ਰਹੇ ਹਨ ਇਮੀਗ੍ਰੇਸ਼ਨ ਦੇ ਲਿਹਾਜ਼ ਤੋਂ? ਕੀ ਵੱਡੀ ਖਬਰ ਸਾਹਮਣੇ ਆ ਰਹੀ ਹੈ? ਅੱਜ ਇਸ ਬਾਰੇ ਆਪਾਂ ਜਾਣਾਂਗੇ ਕਿ ਤੁਸੀਂ ਅਸਾਈਲਮ ਫਾਈਲ ਕਰ ਸਕਦੇ ਹੋ ਔਰ ਕੌਣ ਕਰ ਸਕਦਾ ਹੈ ਅਸਾਈਲਮ ਫਾਈਲ। ਵੱਡੇ ਸਵਾਲ ਰਹਿਣਗੇ। ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਅਟਰਨੀ ਸਤਵੰਤ ਕੌਰ। ਸਤਿ ਸ਼੍ਰੀ ਅਕਾਲ ਆਡੀਅנס। ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਕੀ ਕੁਝ ਚੱਲ ਰਿਹਾ ਹੈ? ਕੀ ਕੁਝ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਅਸਾਈਲਮ ਦੇ ਲਿਹਾਜ਼ ਨਾਲ ਕੀ ਸਭ ਤੋਂ ਵੱਡੀ ਖਬਰ ਹੈ? ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ। ਸੋ ਬਿਫੋਰ ਅਸੀਂ ਇਸ ਤੋਂ ਪਹਿਲਾਂ ਕਿ ਅਸਾਈਲਮ ਦੇ ਬਾਰੇ ਗੱਲ ਕਰੀਏ, ਇੱਕ ਮੇਨ ਜਿਹੜੀ ਖਬਰ ਹੈ ਉਹ ਹੈ ਕਿ ਅਸਾਈਲਮ ਦਾ ਵਰਕ ਪਰਮਿਟ ਦਾ ਜੋ ਟਾਈਮ ਹੈ ਉਹ ਵੱਧ ਗਿਆ। ਉਹ 1 ਸਾਲ ਹੋ ਗਿਆ। 365 ਡੇਜ਼ 365 ਦਿਨ ਬਾਅਦ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਅਸਾਈਲਮ ਫਾਈਲ ਕਰਨ ਤੋਂ ਬਾਅਦ। ਅੱਜ ਅਸੀਂ ਹਰਕੀਰਤ ਗੱਲ ਕਰਾਂਗੇ ਕਿ ਅਸਾਈਲਮ ਕੀ ਹੈ, ਕੌਣ ਅਪਲਾਈ ਕਰ ਸਕਦਾ ਹੈ, ਕੌਣ ਕੁਆਲੀਫਾਈ ਕਰਦਾ ਹੈ, ਕੌਣ ਕੁਆਲੀਫਾਈ ਨਹੀਂ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਗੱਲ ਕਰਾਂਗੇ। ਬਿਲਕੁਲ ਇਹ ਵੀ ਦੱਸਾਂਗੇ ਕਿ ਕੀ ਕੋਰਟ ਖੁੱਲ ਚੁੱਕੇ ਹਨ ਔਰ ਜੇਕਰ ਕੋਰਟ ਖੋਲਣਗੇ ਤਾਂ ਕੀ ਕੁਝ ਦਲੀਲਾਂ ਸਾਨੂੰ ਕੋਰਟ ਦੇ ਵਿੱਚ ਸੁਣਨ ਨੂੰ ਮਿਲਣਗੀਆਂ। ਅਸਾਈਲਮ ਨੂੰ ਲੈ ਕੇ ਜੱਜ ਕੀ ਸਵਾਲ ਪੁੱਛ ਸਕਦਾ ਹੈ ਜਾਂ ਫਿਰ ਕੀ ਪੇਪਰ ਵਰਕ ਜਿਹੜਾ ਹੁਣ ਸਾਹਮਣੇ ਲਿਆਉਣਾ ਪਏਗਾ। ਔਰ ਇਹ ਇੱਕ ਵੱਡੀ ਖਬਰ ਹੈ ਕਿ 365 ਦਿਨ ਹੁਣ ਲੱਗਣਗੇ। ਲਗਭਗ 1 ਸਾਲ ਲੱਗੇਗਾ ਤੁਹਾਨੂੰ ਵਰਕ ਆਥੋਰਾਈਜੇਸ਼ਨ ਅਤੇ ਤੁਹਾਨੂੰ ਆਪਣਾ ਸੋਸ਼ਲ ਸਿਕਿਉਰਿਟੀ ਲੈਣ ਦੇ ਲਈ। ਸੋ ਵਕੀਲ ਸਾਹਿਬ ਇਹ ਦੱਸੋ ਕਿ ਕੋਰਟ ਕਦ ਖੁੱਲਣ ਜਾ ਰਹੇ ਹਨ ਔਰ ਕਿਵੇਂ ਕੰਮ ਕਰ ਰਹੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ? ਸੋ ਜਿਹੜੇ ਕੋਰਟਸ ਨੇ ਕਾਫੀ ਸਟੇਟਸ ਵਿੱਚ ਓਪਨ ਹੋ ਚੁੱਕੇ ਨੇ, ਹੀਅਰਿੰਗਸ ਹੋ ਰਹੀਆਂ ਨੇ। ਨਿਊਯਾਰਕ ਸਟੇਟ ਦੇ ਵਿੱਚ ਪੋਸਟਪੋਨ ਹੋ ਗਈਆਂ ਨੇ ਹੀਅਰਿੰਗਸ ਸਤੰਬਰ 18 2020 ਤੱਕ। ਜਿਹੜਾ USCIS ਅਸਾਈਲਮ ਦੀਆਂ ਇੰਟਰਵਿਊਜ਼ ਕੰਡਕਟ ਕਰ ਰਹੇ ਨੇ, ਉਹ ਇੰਟਰਵਿਊਜ਼ ਭੇਜ ਰਹੇ ਨੇ, ਪਰ ਉਹ ਕੀ ਕਰ ਰਹੇ ਨੇ ਕਿ ਉਹ ਵੀਡੀਓ ਦੇ ਥਰੂ ਇੰਟਰਵਿਊ ਕਰ ਰਹੇ ਨੇ। ਸੋ ਤੁਸੀਂ ਉੱਥੇ ਇੰਟਰਵਿਊ ਵਾਸਤੇ ਜਾਂਦੇ ਹੋ, ਤੁਹਾਡਾ ਜਿਹੜਾ ਟਰਾਂਸਲੇਟਰ ਹੈ ਉਹਨੂੰ ਇੱਕ ਰੂਮ 'ਚ ਬਿਠਾਇਆ ਜਾਂਦਾ, ਤੁਹਾਨੂੰ ਇੱਕ ਅਲੱਗ ਰੂਮ 'ਚ ਬਿਠਾਇਆ ਜਾਂਦਾ, ਆਫਿਸਰ ਇੱਕ ਅਲੱਗ ਰੂਮ ਦੇ ਵਿੱਚ ਅਤੇ ਤੁਹਾਡਾ ਅਟਰਨੀ ਕਿਸੇ ਹੋਰ ਰੂਮ ਦੇ ਵਿੱਚ ਬੈਠਾ ਹੋਇਆ। ਸੋ ਤੁਸੀਂ ਵੀਡੀਓ ਦੇ ਥਰੂ ਆਪਣੀ ਇੰਟਰਵਿਊ ਕਰ ਰਹੇ ਹੋ। ਜੱਜਸ ਅੱਗੋਂ ਜਦੋਂ ਸ਼ੁਰੂ ਕਰਨਗੇ ਹੀਅਰਿੰਗਸ ਕਰਨੀਆਂ, ਮਾਸਟਰ ਹੀਅਰਿੰਗਸ, ਹੋ ਸਕਦਾ ਕਿ ਉਹ ਫੋਨ ਦੇ ਉੱਤੇ ਸ਼ੁਰੂ ਕਰਨ, ਟੈਲੀਫੋਨਿਕਲੀ ਹੋਣਗੀਆਂ ਸਾਰੀਆਂ ਹੀਅਰਿੰਗਸ, ਕਿ ਤਾਂ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਕੋਰਟ 'ਚ ਨਾ ਜਾਣਾ ਪਏ। ਕਿਉਂਕਿ ਜੇ ਤੁਹਾਡੀ ਮਾਸਟਰ ਹੀਅਰਿੰਗ ਹੁੰਦੀ ਹੈ 50 ਲੋਕ 100 ਲੋਕ ਇਕੱਠੇ ਹੀ ਕੋਰਟ ਦੇ ਵਿੱਚ ਇੱਕ ਕੋਰਟ ਰੂਮ ਦੇ ਵਿੱਚ ਬੈਠੇ ਹੁੰਦੇ ਨੇ। ਸੋ ਹਜੇ ਤੱਕ ਤੇ ਪੋਸਟਪੋਨ ਹੋ ਗਈਆਂ ਨੇ ਨਿਊਯਾਰਕ ਦੇ ਵਿੱਚ, ਬਟ ਅੱਗੇ ਤੋਂ ਸ਼ੁਰੂ ਹੋ ਜਾਣਗੀਆਂ ਤੇ ਮੋਸਟ ਲਾਈਕਲੀ ਟੈਲੀਫੋਨਿਕਲੀ ਹੋਣਗੀਆਂ। ਪਰ ਮੈਂ ਇਸ ਕਨਵਰਸੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹੁੰਦਾ ਸਤਵੰਤ ਕਿ ਅਸਾਈਲਮ ਹੁੰਦੀ ਕੀ ਹੈ ਔਰ ਇਹਨੂੰ ਫਾਈਲ ਕੌਣ ਕਰ ਸਕਦਾ ਹੈ? ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਕਨਫਿਊਜ਼ਨ ਹੈ ਵੈਨ ਇਟ ਕਮਸ ਟੂ ਅਸਾਈਲਮ ਕਿਉਂਕਿ ਜਿਸ ਵੀ ਵਕੀਲ ਦੇ ਕੋਲੋਂ ਜਾਂਦੇ ਕਹਿੰਦੇ ਕਿ ਕੋਈ ਗੱਲ ਨਹੀਂ, ਤੁਸੀਂ ਵਾਪਸ ਨਹੀਂ ਜਾਣਾ ਇੰਡੀਆ, ਤੁਹਾਨੂੰ ਡਰ ਹੈਗਾ ਉੱਥੇ, ਤਾਂ ਤੁਹਾਡਾ ਅਸਾਈਲਮ ਫਾਈਲ ਕਰ ਦਿੰਦੇ ਆ, ਹੈ ਨਾ। ਅਤੇ ਤੁਸੀਂ ਆਪਣੀ ਸਟੋਰੀ ਦੱਸੋ ਕਿ ਕੀ ਹੋਇਆ ਸੀਗਾ ਤੁਹਾਡੇ ਨਾਲ, ਤੁਹਾਡੀ ਜਾਨ ਨੂੰ ਖਤਰਾ ਅਗਰ ਵਾਕਈ ਹੈਗਾ ਤਾਂ ਤੁਸੀਂ ਅਸਾਈਲਮ ਫਾਈਲ ਕਰ ਦਿਓ। ਬਟ ਉਹਨਾਂ ਨੂੰ ਕੋਈ ਹੋਰ ਰਾਹ ਨਹੀਂ ਲੱਭਦਾ ਅਤੇ ਉਹ ਅਸਾਈਲਮ ਫਾਈਲ ਕਰ ਦਿੰਦੇ ਆ। ਸੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗੀ, ਜੇ ਤੁਹਾਡੇ ਕੋਲ ਅਸਾਈਲਮ ਫਾਈਲ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਹੈ ਤਾਂ ਤੁਸੀਂ ਉਸ ਰਸਤੇ ਨੂੰ ਜ਼ਰੂਰ ਅਪਣਾਓ। ਕਿਉਂਕਿ ਅਸਾਈਲਮ ਇੱਕ ਲੰਬਾ ਪ੍ਰੋਸੈਸ ਹੈ, ਇੱਕ ਛੋਟਾ ਪ੍ਰੋਸੈਸ ਨਹੀਂ ਹੈ, ਕਾਫੀ ਟਾਈਮ ਲੱਗ ਜਾਂਦਾ ਹੈ। ਸੋ ਜੇ ਤੁਹਾਡੇ ਕੋਲ ਕੋਈ ਲੀਗਲੀ ਹੋਰ ਕੋਈ ਰਸਤਾ ਹੈ ਅਪਲਾਈ ਕਰਨ ਨੂੰ, ਤਾਂ ਜ਼ਰੂਰ ਤੁਸੀਂ ਆਪਣਾ ਹੋਰ ਕੋਈ ਕੇਸ ਲਾਓ। ਪਰ ਅਸਾਈਲਮ ਉਹਨਾਂ ਲੋਕਾਂ ਵਾਸਤੇ ਜ਼ਰੂਰੀ ਹੈ। ਪਹਿਲੀ ਗੱਲ ਕਿ ਅਸਾਈਲਮ ਚੀਜ਼ ਕੀ ਹੈ? ਅਸਾਈਲਮ ਇੱਕ ਸ਼ਰਨ ਮੰਗ ਰਹੇ ਹਾਂ ਅਸੀਂ ਇੱਥੇ ਦੀ US ਦੀ ਗਵਰਨਮੈਂਟ ਦੇ ਕੋਲੋਂ। ਇੱਕ ਲੀਗਲ ਪ੍ਰੋਸੈਸ ਹੈ ਜਿਹਦੇ ਥਰੂ ਤੁਸੀਂ ਗਵਰਨਮੈਂਟ ਨੂੰ ਦੱਸਦੇ ਹੋ ਕਿ ਮੈਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ ਅਤੇ ਮੈਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦਾ, ਇਸ ਕਰਕੇ ਮੈਨੂੰ ਇੱਥੇ ਸ਼ਰਨ ਦਿੱਤੀ ਜਾਏ ਕਿਉਂਕਿ ਮੇਰੇ ਦੇਸ਼ ਦੇ ਵਿੱਚ ਮੇਰੇ ਨਾਲ ਅਤਿਆਚਾਰ ਹੋ ਰਿਹਾ ਜਾਂ ਮੇਰੇ ਨਾਲ ਅਤਿਆਚਾਰ ਹੋਣ ਦੀ ਸੰਭਾਵਨਾ ਹੈ, ਇਸ ਕਰਕੇ ਮੈਂ ਸ਼ਰਨ ਮੰਗ ਰਿਹਾ ਵਾਂ। ਹੁਣ ਕੌਣ ਕੁਆਲੀਫਾਈ ਕਰਦਾ ਹੈ ਅਸਾਈਲਮ ਵਾਸਤੇ? ਅਸਾਈਲਮ ਨੂੰ ਕੋਈ ਵੀ ਅਪਲਾਈ ਕਰ ਸਕਦਾ ਹੈ ਜਿਸ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ। ਅਸਾਈਲਮ ਅਪਲਾਈ ਕਰਨ ਵਾਸਤੇ 5 ਗਰਾਊਂਡਸ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਅਸਾਈਲਮ ਅਪਲਾਈ ਕਰ ਸਕਦੇ ਹੋ। ਪਹਿਲੀ ਰੇਸ, ਜਾਤੀਵਾਦ ਨੂੰ ਲੈ ਕੇ। ਦੂਸਰਾ ਹੈਗਾ ਹੈ ਰਿਲੀਜਨ, ਤੁਹਾਡੇ ਧਰਮ ਨੂੰ ਲੈ ਕੇ। ਜੋ ਤੁਹਾਡਾ ਧਰਮ ਹੈ, ਕੀ ਤੁਹਾਨੂੰ ਤੁਹਾਡੇ ਧਰਮ ਦੇ ਬੇਸ ਦੇ ਉੱਤੇ ਤੁਹਾਡੇ ਦੇਸ਼ ਵਿੱਚ ਤੁਹਾਨੂੰ ਕੋਈ ਤਕਲੀਫ ਦਿੱਤੀ ਜਾ ਰਹੀ ਹੈ ਜਾਂ ਤੁਸੀਂ ਆਪਣਾ ਧਰਮ ਤਬਦੀਲ ਕਰ ਲਿਆ ਅਤੇ ਉਸ ਕਰਕੇ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ। ਤੀਸਰਾ ਹੈ ਨੈਸ਼ਨੈਲਿਟੀ, ਆਪਣੇ ਦੇਸ਼ ਨੂੰ ਲੈ ਕੇ, ਉਸ ਦੇ ਕਰਕੇ ਤੁਸੀਂ ਕਰ ਸਕਦੇ ਹੋ। ਫਿਰ ਚੌਥਾ ਹੈ ਮੈਂਬਰਸ਼ਿਪ ਇਨ ਅ ਪਰਟੀਕੂਲਰ ਸੋਸ਼ਲ ਗਰੁੱਪ। ਉਹਦਾ ਕੀ ਮਤਲਬ ਹੈ? ਤੁਸੀਂ ਕਿਸੇ ਸੰਸਥਾ ਦੇ ਨਾਲ ਜੁੜੇ ਹੋਏ ਹੋ ਜਾਂ ਤੁਸੀਂ LGBT ਕਮਿਊਨਿਟੀ ਦਾ ਹਿੱਸਾ ਹੋ, ਤੁਸੀਂ ਕਿਸੇ ਐਸੀ ਚੀਜ਼ ਦੇ ਨਾਲ ਜੁੜੇ ਹੋਏ ਹੋ। ਮੈਂ ਬਿਫੋਰ ਯੂ ਮੂਵ ਫਰਦਰ,
LGBT ਕੀ ਹੁੰਦਾ? LGBT ਕਮਿਊਨਿਟੀ ਹੈ ਜੇ ਲੈਸਬੀਅਨਸ ਹੋ ਗਏ, ਗੇਜ਼ ਹੋ ਗਏ ਜਾਂ ਟਰਾਂਸਜੈਂਡਰਸ ਹੋ ਗਏ, ਉਹ ਲੋਕ ਜਿਨ੍ਹਾਂ ਨੂੰ ਆਪਣਾ ਸਮਾਜ ਨਹੀਂ ਅਪਣਾਉਂਦਾ ਹੈ, ਉਹਨਾਂ ਦੇ ਨਾਲ ਬਹੁਤ ਧੱਕਾ ਹੁੰਦਾ ਹੈ। ਜੋ ਕੁੜੀ ਕੁੜੀ ਨੂੰ ਪਸੰਦ ਕਰਦੀ ਹੈ, ਮੁੰਡਾ ਮੁੰਡੇ ਨੂੰ ਪਸੰਦ ਕਰਦਾ, ਉਹ ਆਪਸ ਵਿੱਚ ਵਿਆਹ ਕਰਦੇ ਨੇ, ਉਹਨਾਂ ਨੂੰ ਲੈ ਕੇ ਕਾਫੀ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈ ਅਤੇ ਉਸ ਚੀਜ਼ ਨੂੰ ਲੈ ਕੇ ਕਾਫੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਆਪਣੇ ਦੇਸ਼ ਦੇ ਵਿੱਚ, ਅਤੇ ਉਹ ਵੀ ਅਸਾਈਲਮ ਅਪਲਾਈ ਕਰ ਸਕਦੇ ਨੇ। ਅਤੇ ਉਸ ਤੋਂ ਇਲਾਵਾ ਜਿਹੜੀ ਪੰਜਵੀਂ ਗਰਾਊਂਡ ਹੈ ਉਹ ਪੋਲੀਟੀਕਲ ਓਪੀਨੀਅਨ, ਜਿਸ ਨੂੰ ਕਿ ਸਾਰਿਆਂ ਨਾਲ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਕਿ ਜੇ ਤੁਹਾਡੇ ਸਿਆਸੀ ਵਿਚਾਰਾਂ ਨੂੰ ਲੈ ਕੇ ਤੁਹਾਡੇ ਦੇਸ਼ ਵਿੱਚ ਤੁਹਾਨੂੰ ਖਤਰਾ ਹੈ, ਤੁਸੀਂ ਕਿਸੇ ਗਵਰਨਮੈਂਟ ਏਜੰਸੀ ਦੇ ਵਰਖਲਾਫ ਬੋਲ ਰਹੇ ਹੋ, ਗਵਰਨਮੈਂਟ ਪਾਰਟੀ ਦੇ ਵਰਖਲਾਫ ਬੋਲ ਰਹੇ ਹੋ, ਜਾਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਹੋ, ਦੂਸਰੀ ਪਾਰਟੀ ਕੋਲ ਤੁਹਾਨੂੰ ਖਤਰਾ, ਅਤੇ ਤੁਸੀਂ ਅਸਾਈਲਮ ਦੀ ਮੰਗ ਕਰ ਸਕਦੇ ਹੋ ਇੱਥੇ। ਜੀ ਬਿਲਕੁਲ। ਅਤੇ ਉੱਥੇ ਹੀ ਮੈਂ ਵੀ ਜ਼ਰੂਰ ਜਾਣਨਾ ਚਾਹਾਂਗਾ ਕਿ ਜਦ ਸਾਡੇ ਇਸ ਮੁਲਕ ਦੇ ਵਿੱਚ ਹਰ ਗੱਲ ਕਹਿਣ ਦੀ ਆਜ਼ਾਦੀ ਹੈ, ਸਤਵੰਤ, ਫਰੀडम ਆਫ ਸਪੀਚ ਦੀ ਗੱਲ ਹੁੰਦੀ ਹੈ, ਐਕਸਪ੍ਰੈਸ਼ਨ ਦੀ ਗੱਲ ਹੁੰਦੀ ਹੈ, ਸੋ ਆਈ ਥਿੰਕ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜਾ ਹੈਗਾ ਡਿਫਰੈਂਟ ਓਪੀਨੀਅਨ ਹੈ, ਜਿਸ ਕਰਕੇ ਇਸ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਹਰ ਗੱਲ ਨੂੰ ਲੈ ਕੇ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ, ਤੁਹਾਨੂੰ ਉਹ ਆਜ਼ਾਦੀ ਹੈਗੀ ਹੈ। ਸੋ ਬਟ ਮੈਂ ਇੱਥੇ ਜ਼ਰੂਰ ਜਾਣਨਾ ਚਾਹਾਂਗਾ ਜਿਹੜਾ ਅਸਾਈਲਮ ਪ੍ਰੋਸੈਸ ਹੈਗਾ, it's same for everyone or is there any difference? So ਹਰਕਿਰਤ, ਅਸਾਈਲਮ ਦੇ ਦੋ ਤਰੀਕੇ ਨੇ ਇੱਥੇ ਅਸਾਈਲਮ ਕਰਨ ਦੇ, ਜੋ ਕਿ ਲੋਕਾਂ ਨੂੰ ਨਹੀਂ ਪਤਾ। ਇੱਕ ਹੁੰਦਾ ਅਫਰਮੇਟਿਵ ਅਸਾਈਲਮ, ਇੱਕ ਹੁੰਦਾ ਡਿਫੈਂਸਿਵ ਅਸਾਈਲਮ। ਦੋ ਰਸਤੇ ਨੇ ਅਸਾਈਲਮ ਲੈਣ ਦੇ। ਅਫਰਮੇਟਿਵ ਅਸਾਈਲਮ ਉਹਨਾਂ ਲੋਕਾਂ ਵਾਸਤੇ ਨੇ ਜਿਨ੍ਹਾਂ ਨੇ ਲੀਗਲ ਤਰੀਕੇ ਨਾਲ ਐਂਟਰੀ ਕੀਤੀ ਹੈ, ਮੀਨਿੰਗ ਕਿ ਥਰੂ ਵੀਜ਼ਾ ਐਂਟਰੀ ਕੀਤੀ ਹੈ, ਸਟੂਡੈਂਟ ਵੀਜ਼ਾ ਹੋ ਗਿਆ ਜਾਂ B1 B2 ਵੀਜ਼ਾ ਹੋ ਗਿਆ, ਜਾਂ ਕਿਸੇ ਹੋਰ ਵੀਜ਼ਾ ਦੇ ਥਰੂ, H1 ਵੀਜ਼ਾ ਦੇ ਥਰੂ ਉਹਨਾਂ ਨੇ ਐਂਟਰੀ ਕੀਤੀ ਹੈ ਅਤੇ ਉਹ ਆਪਣਾ ਅਸਾਈਲਮ ਦਾ ਕੇਸ ਲਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਵਿੱਚ ਖਤਰਾ ਹੈ। ਉਹ ਅਫਰਮੇਟਿਵ ਅਸਾਈਲਮ ਇਸ ਕਰਕੇ ਲਾਉਂਦੇ ਨੇ, ਪਹਿਲੀ ਗੱਲ ਤਾਂ ਉਹ ਰਿਮੂਵਲ ਪ੍ਰੋਸੀਡਿੰਗਸ ਵਿੱਚ ਨਹੀਂ ਹੈ, ਕਿਸੇ ਗਵਰਨਮੈਂਟ ਦੇ ਉਹਨਾਂ ਨੂੰ ਕੋਈ ਰਿਮੂਵਲ ਆਰਡਰ ਨਹੀਂ ਜਾਰੀ ਹੋਏ ਜਾਂ ਉਹਨਾਂ ਨੂੰ ਨੋਟਿਸ ਨਹੀਂ ਜਾਰੀ ਹੋਇਆ, ਉਹ ਖੁਦ ਗਵਰਨਮੈਂਟ ਨੂੰ ਦੱਸ ਰਹੇ ਨੇ ਕਿ ਅਸੀਂ ਇੱਥੇ ਹਾਂ, ਸਾਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਅਤੇ ਅਸੀਂ ਅਸਾਈਲਮ ਲਗਾਉਣਾ ਚਾਹੁੰਦੇ ਹਾਂ। ਉਹਨਾਂ ਦੀ ਜੋ ਇੰਟਰਵਿਊ ਹੈ ਉਹ ਇੱਕ ਅਸਾਈਲਮ ਆਫਿਸਰ ਦੇ ਕੋਲ ਆਉਂਦੀ ਹੈ ਅਤੇ ਉਹ ਅਸਾਈਲਮ ਆਫਿਸਰ ਦੇ ਥਰੂ ਹੀ ਉਹਨਾਂ ਦਾ ਪ੍ਰੋਸੈਸ ਹੁੰਦਾ। ਜੇ ਅਸਾਈਲਮ ਆਫਿਸਰ ਉਹਨਾਂ ਦਾ ਕੇਸ ਗ੍ਰਾਂਟ ਨਹੀਂ ਕਰਦਾ ਅਤੇ ਉਹਨਾਂ ਦਾ ਕੇਸ ਡਿਨਾਈ ਵੀ ਨਹੀਂ ਕਰਦਾ, ਉਹ ਅੱਗੋਂ ਜੱਜ ਦੇ ਕੋਲ ਭੇਜ ਦਿੰਦਾ ਅਤੇ ਉਹਨਾਂ ਦਾ ਕੇਸ ਡਿਫੈਂਸਿਵ ਬਣ ਜਾਂਦਾ ਹੈ, ਜੋ ਕਿ ਦੂਸਰੀ ਆਪਸ਼ਨ ਹੈ ਡਿਫੈਂਸਿਵ ਅਸਾਈਲਮ। ਡਿਫੈਂਸਿਵ ਅਸਾਈਲਮ ਉਹਨਾਂ ਲੋਕਾਂ ਵਾਸਤੇ ਹੈ ਜੋ ਕਿ ਬੋਰਡਰ ਕ੍ਰਾਸ ਕਰਕੇ ਆਉਂਦੇ ਨੇ ਜਾਂ ਇਲੀਗਲ ਤਰੀਕੇ ਦੇ ਨਾਲ ਐਂਟਰ ਕਰਦੇ ਨੇ ਅਤੇ ਬੋਰਡਰ ਦੇ ਉੱਤੇ ਫੜੇ ਨਹੀਂ ਜਾਂਦੇ, ਉਹ ਡਿਫੈਂਸਿਵ ਅਸਾਈਲਮ ਬੇਸਿਕਲੀ ਉਹਨਾਂ ਦਾ ਡਿਫੈਂਸਿਵ ਅਸਾਈਲਮ ਕੇਸ ਬਣ ਜਾਂਦਾ। ਸੋ ਇਫ ਯੂ ਐਂਟਰਡ ਕਿ ਬੋਰਡਰ ਦੇ ਥਰੂ ਤੁਸੀਂ ਐਂਟਰੀ ਕੀਤੀ ਹੈ, ਤੁਹਾਨੂੰ ਆਈਸ ਨੇ ਅਰੈਸਟ ਕਰ ਲਿਆ, ਤੁਹਾਨੂੰ ਇਹ ਨੰਬਰ ਜਾਰੀ ਹੋ ਗਿਆ ਅਤੇ ਤੁਸੀਂ ਆਪਣਾ ਉਸ ਤਰੀਕੇ ਦੇ ਨਾਲ ਕੇਸ ਸ਼ੁਰੂ ਕਰਦੇ ਹੋ, ਜੱਜ ਦੇ ਸਾਹਮਣੇ ਆਲਰੇਡੀ ਤੁਹਾਡਾ ਕੇਸ ਪੈਂਡਿੰਗ ਹੋ ਗਿਆ ਅਤੇ ਤੁਸੀਂ ਰਿਮੂਵਲ ਪ੍ਰੋਸੀਡਿੰਗਸ ਵਿੱਚੋਂ, ਮਤਲਬ ਕਿ ਦੇਸ਼ ਨਿਕਾਲੇ ਦੀਆਂ ਪ੍ਰੋਸੀਡਿੰਗਸ ਤੁਹਾਡੀਆਂ ਸ਼ੁਰੂ ਹੋ ਗਈਆਂ ਨੇ ਅਤੇ ਉਸ ਨੂੰ ਡਿਫੈਂਸਿਵ ਅਸਾਈਲਮ ਕਿਹਾ ਜਾਂਦਾ। ਅਤੇ ਇਹ ਦੋ ਤਰੀਕੇ ਨੇ ਤੁਸੀਂ ਜਿਨ੍ਹਾਂ ਦੇ ਨਾਲ ਇੱਥੇ ਅਸਾਈਲਮ ਦੀ ਮੰਗ ਕਰ ਰਹੇ ਹੋ। ਬਿਲਕੁਲ। ਉੱਥੇ ਹੀ ਇਹ ਗੱਲ ਵੀ ਹੁੰਦੀ ਹੈ ਕਿ ਕਈ ਵਾਰ ਕੇਸਿਸ ਨਹੀਂ ਅਪਰੂਵ ਹੁੰਦੇ, ਸੋ ਕੀ ਮੁੜ ਤੋਂ ਅਪੀਲ ਹੋ ਸਕਦੀ ਹੈ ਜਾਂ ਫਿਰ ਕੋਈ ਕਮੀ ਰਹਿ ਜਾਂਦੀ ਕਿ ਲੱਗਦਾ ਕਿ ਨਹੀਂ ਤੁਹਾਡੀ ਜਾਨ ਨੂੰ ਖਤਰਾ ਨਹੀਂ ਹੈ, ਤੁਸੀਂ ਵਾਪਸ ਜਾ ਸਕਦੇ ਹੋ। ਔਰ ਕਈ ਸਾਰੇ ਕੇਸਿਸ ਇਹ ਵੀ ਨੇ ਕਿ ਬਈ ਫੈਮਿਲੀ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ ਕਿ ਬਈ ਮੈਰਿਜ ਜਿਹੜੀ ਹੈ ਐਕਸੈਪਟ ਨਹੀਂ ਕਰਦੇ, ਇੰਟਰਕਾਸਟ ਮੈਰਿਜ ਹੋ ਜਾਂਦੀ ਹੈ, ਫਿਰ ਉੱਥੇ ਵੀ ਜਾਨ ਨੂੰ ਖਤਰਾ ਹੁੰਦਾ। ਪਰ ਕਈ ਸਾਰੇ ਕੇਸਿਸ ਦੇ ਉੱਤੇ ਆ ਕੇ ਅਸੀਂ ਇੱਥੇ ਅਸਾਈਲਮ ਫਾਈਲ ਕਰਦੇ ਹਾਂ ਪਰ ਗੱਲ ਨਹੀਂ ਬਣਦੀ। Can we have a second chance? ਬਿਲਕੁਲ। ਸੋ ਜੇ ਤੁਸੀਂ ਅਸਾਈਲਮ ਫਾਈਲ ਕੀਤਾ, ਪਹਿਲਾਂ ਤੇ ਗੱਲ ਕਰਦੇ ਹਾਂ ਅਫਰਮੇਟਿਵ ਅਸਾਈਲਮ ਦੀ, ਤੁਸੀਂ ਅਫਰਮੇਟਿਵ ਅਸਾਈਲਮ ਫਾਈਲ ਕੀਤਾ ਅਤੇ ਤੁਹਾਡੀ ਇੱਕ ਆਫਿਸਰ ਦੇ ਕੋਲ ਇੰਟਰਵਿਊ ਆਈ ਹੈ, ਤੁਹਾਡੀ ਇੰਟਰਵਿਊ ਕਲੀਅਰ ਨਹੀਂ ਹੋਈ, ਉਹਨਾਂ ਨੇ ਤੁਹਾਡੀ ਇੰਟਰਵਿਊ ਉਹਨਾਂ ਨੇ ਮੰਨਿਆ ਕਿ ਤੁਹਾਨੂੰ ਇੰਨਾ ਖਤਰਾ ਨਹੀਂ ਹੈ ਜਾਂ ਉਹ ਸੋਚਦੇ ਨੇ ਕਿ ਤੁਹਾਡੇ ਪੇਪਰ ਵਰਕ ਪੂਰਾ ਨਹੀਂ ਹੈ, ਕਿਤੇ ਨਾ ਕਿਤੇ ਕੋਈ ਮਿਸਿੰਗ ਹੈ ਚੀਜ਼, ਅਤੇ ਤੁਹਾਡਾ ਕੇਸ ਉਹ ਇਮੀਗ੍ਰੇਸ਼ਨ ਜੱਜ ਦੇ ਕੋਲ ਭੇਜ ਦਿੰਦੇ ਨੇ। ਇਮੀਗ੍ਰੇਸ਼ਨ ਜੱਜ ਦੇ ਕੋਲ ਤੁਸੀਂ ਜਾਂਦੇ ਹੋ, ਤੁਹਾਡੀ ਮਾਸਟਰ ਹੀਅਰਿੰਗ ਹੁੰਦੀ ਹੈ, ਉਸ ਤੋਂ ਬਾਅਦ ਤੁਹਾਡੀ ਮੈਰਿਟਸ ਹੀਅਰਿੰਗ ਹੁੰਦੀ ਹੈ, ਤੁਹਾਡਾ ਉਸ ਜਗ੍ਹਾ ਦੇ ਉੱਤੇ ਕੇਸ ਡਿਸਾਈਡ ਹੁੰਦਾ। ਇਹ ਇੱਕ ਮਿਨੀ ਟਰਾਇਲ ਹੁੰਦਾ ਬੇਸਿਕਲੀ, ਜਿਹਦੇ ਵਿੱਚ ਤੁਸੀਂ ਆਪਣਾ ਪਹਿਲੂ ਰੱਖਦੇ ਹੋ, ਤੁਹਾਡਾ ਵਕੀਲ ਤੁਹਾਨੂੰ ਕੁਐਸਚਨ ਪੁੱਛ ਰਿਹਾ, ਸਰਕਾਰੀ ਵਕੀਲ ਕੁਐਸਚਨ ਪੁੱਛਦਾ, ਜੱਜ ਵੀ ਤੁਹਾਨੂੰ ਕੁਐਸਚਨ ਪੁੱਛ ਰਿਹਾ, ਤੁਸੀਂ ਆਪਣਾ ਕੇਸ ਪ੍ਰੂਵ ਕਰਦੇ ਹੋ, ਆਪਣੇ ਐਵੀਡੈਂਸ ਸਬਮਿਟ ਕੀਤੇ ਹੁੰਦੇ ਨੇ। ਜੇ ਤੁਹਾਡਾ ਕੇਸ ਜੱਜ ਡਿਨਾਈ ਕਰ ਦਿੰਦਾ ਹੈ, ਉਹ ਸੋਚਦਾ ਹੈ ਕਿ ਨਹੀਂ, ਉਹ ਨਹੀਂ ਮੰਨਦਾ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਹੈ, ਫਿਰ ਤੁਹਾਡੇ ਕੋਲ 30 ਦਿਨਾਂ ਦਾ ਟਾਈਮ ਹੁੰਦਾ ਬੋਰਡ ਵਿੱਚ ਅਪੀਲ ਲਾਉਣ ਦਾ। ਬੋਰਡ ਆਫ ਇਮੀਗ੍ਰੇਸ਼ਨ 'ਚ ਤੁਸੀਂ ਅਪੀਲ ਲਾਉਂਦੇ ਹੋ, ਜੇ ਤੁਹਾਡੀ ਅਪੀਲ ਉੱਥੇ ਕਲੀਅਰ ਨਹੀਂ ਹੁੰਦੀ ਹੈ ਅਤੇ ਫਿਰ ਤੁਸੀਂ ਆਪਣੀ ਸਰਕਟ ਵਿੱਚ ਅਪੀਲ ਲਾ ਸਕਦੇ ਹੋ। ਨਾ ਹੁਣ ਜੋ ਚੇਂਜਸ ਆਏ ਨੇ, ਜੇ ਤੁਸੀਂ ਸਰਕਟ ਦੇ ਵਿੱਚ ਅਪੀਲ ਲਾਉਂਦੇ ਹੋ ਅਤੇ ਪਹਿਲਾਂ ਕੀ ਹੁੰਦਾ ਸੀ ਕਿ ਜੇ ਤੁਸੀਂ ਅਪੀਲਸ ਲਾ ਰਹੇ ਹੋ ਤੁਹਾਨੂੰ ਵਰਕ ਪਰਮਿਟ ਮਿਲਦਾ ਜਾਂਦਾ ਸੀ। ਹੁਣ ਨਵੇਂ ਰੂਲ ਦੇ ਮੁਤਾਬਿਕ ਜੇ ਤੁਸੀਂ ਅਪੀਲ ਕਰ ਰਹੇ ਹੋ ਸਰਕਟ ਦੇ ਵਿੱਚ ਅਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ।
ਇਹ ਇੱਕ ਵੱਡਾ ਚੇਂਜ ਆਇਆ ਹੁਣ। ਮਾਈ ਗॉड। ਸੋ ਕਾਫੀ ਸਾਰੀਆਂ ਤਬਦੀਲੀਆਂ ਜਿਹੜੀਆਂ ਵਕੀਲ ਸਾਹਿਬ ਆ ਚੁੱਕੀਆਂ ਤੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਅਸਾਈਲਮ ਤੋਂ ਇਲਾਵਾ ਕੋਈ ਹੋਰ ਮੁਸ਼ਕਿਲ ਦਾ ਸਾਹਮਣਾ ਤੁਸੀਂ ਕਰ ਰਹੇ ਹੋ ਤਾਂ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਲਾਈਵ ਤੁਸੀਂ ਕਾਲ ਕਰ ਸਕਦੇ ਹੋ ਸਾਡੀ ਸਟੂਡੀਓ ਦੇ ਵਿੱਚ ਔਰ ਤੁਸੀਂ ਲਾਈਵ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਅਟਰਨੀ ਸਤਵੰਤ ਕੌਰ ਹੋਰਾਂ ਤੋਂ। ਜੇਕਰ ਤੁਸੀਂ ਫ੍ਰੀ ਪਰਸਨਲ ਕੰਸਲਟੇਸ਼ਨ ਚਾਹੁੰਦੇ ਹੋ ਤਾਂ ਉਹਨਾਂ ਦੇ ਆਫਿਸ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 7186750700 ਦੇ ਉੱਤੇ। ਐਂਡ ਸਤਵੰਤ ਹਮੇਸ਼ਾ ਕਮਿਊਨਿਟੀ ਦੇ ਨਾਲ ਜੁੜੇ ਹੁੰਦੇ ਨੇ ਔਰ ਕਮਿਊਨਿਟੀ ਦੇ ਮਸਲੇ ਜਿਹੜੇ ਨੇ ਉਹ ਜਾਣਦੇ ਹਨ ਔਰ ਕੋਈ ਵੀ ਮਸਲਾ ਤੁਹਾਡਾ ਹੈਗਾ। ਪਿਛਲੀ ਵਾਰ ਅਸੀਂ ਡਿਵੋਰਸ ਨੂੰ ਲੈ ਕੇ ਗੱਲ ਕੀਤੀ ਸੀ ਤੇ ਕਾਫੀ ਸਾਰੀ ਈਮੇਲਸ ਵੀ ਸਾਨੂੰ ਆਈਆਂ। ਮੈਂ ਇੱਕ ਈਮੇਲ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹੁੰਦਾ। ਗੁਰਿੰਦਰ ਕੌਰ ਹੋਰਾਂ ਨੇ ਸਾਨੂੰ ਈਮੇਲ ਲਿਖੀ ਸੀ ਕੈਲੀਫੋਰਨੀਆ ਤੇ। ਹਰਕੀਰਤ ਐਂਡ ਸਤਵੰਤ ਆਲ ਦਾ ਵੈਰੀ ਬੈਸਟ ਫॉर ਦਿਸ ਸ਼ੋ ਐਂਡ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਮੇਰੀ ਬੇਟੀ ਨੇ ਸ਼ੋ ਵੇਖਿਆ ਐਂਡ ਸ਼ੀ ਇਜ਼ ਡੀਲਿੰਗ ਵਿਦ ਦ ਸੇਮ ਜੋ ਕਿ ਸਤਵੰਤ ਨੇ ਦੱਸਿਆ ਸੀਗਾ ਅਬਾਊਟ ਡੋਮੈਸਟਿਕ ਅਬਿਊਜ਼ ਐਂਡ ਵੀ ਆਰ ਗਲੈਡ ਕਿ ਸਾਨੂੰ ਥੋੜ੍ਹੀ ਜਿਹੀ ਨੌਲੇਜ ਮਿਲੀ। ਇਸੇ ਤਰੀਕੇ ਦੇ ਸ਼ੋਅ ਲਿਆਉਂਦੇ ਰਹੋ। ਥੈਂਕ ਯੂ ਸੋ ਮਚ। ਸੋ ਆਈ ਥਿੰਕ ਕਿ ਜਿਹੜੀ ਅਵੇਅਰਨੈਸ ਹੈਗੀ ਹੈ ਕਮਿਊਨਿਟੀ ਦੇ ਵਿੱਚ ਉਹ ਬੜੀ ਜ਼ਰੂਰੀ ਹੈਗੀ ਹੈ। ਪਰ ਅੱਜ ਜਿੱਥੇ ਇੱਥੇ ਅਸਾਈਲਮ ਦੀ ਗੱਲ ਹੋ ਰਹੀ ਹੈ ਕਮਿਊਨਿਟੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈਗਾ। ਸਵਾਲ ਇਹ ਵੀ ਬਣਦੇ ਨੇ ਕਿ ਜਿਨ੍ਹਾਂ ਨੇ ਅਸਾਈਲਮ ਆਪਣੀ ਫਾਈਲ ਕੀਤੀ ਹੋਈ ਹੈ ਸਤਵੰਤ ਕਈਆਂ ਦੇ 150 ਡੇਜ਼ ਤੋਂ ਬਾਅਦ ਵੀ ਵਰਕ ਆਥੋਰਾਈਜੇਸ਼ਨ ਨਹੀਂ ਆਇਆ। ਹਜੇ ਤੱਕ ਉਹ ਆਪਣੇ ਵਰਕ ਆਥੋਰਾਈਜੇਸ਼ਨ ਦੀ ਵੇਟ ਕਰ ਰਹੇ ਹਨ। ਕਈਆਂ ਦੇ ਤੇ ਇਹ ਵੀ ਹੈਗਾ ਕਿ 3-3 4-4 ਸਾਲ ਹੋ ਗਏ ਉਹਨਾਂ ਦੇ ਹਜੇ ਤੱਕ ਡਿਸੀਜਨ ਪੈਂਡਿੰਗ ਪਏ ਹੋਏ ਨੇ। ਉਹ ਕੀ ਮਸਲਾ ਹੋ ਸਕਦਾ? ਸੋ ਜੇ ਤੇ ਉਹਨਾਂ ਦੀ ਕੇਸ ਪਹਿਲੋਂ ਦੇ ਲੱਗੇ ਹੋਏ ਨੇ ਸੋ ਉਹਨਾਂ ਨੂੰ 150 ਡੇਜ਼ ਤੋਂ ਬਾਅਦ ਵਰਕ ਆਥੋਰਾਈਜੇਸ਼ਨ ਮਿਲ ਜਾਣੀ ਚਾਹੀਦੀ ਸੀ। ਜੇ ਨਹੀਂ ਮਿਲਿਆ ਤੇ ਕਈ ਵਾਰੀ ਜੇ ਉਹਨਾਂ ਦਾ ਕੇਸ ਇਮੀਗ੍ਰੇਸ਼ਨ ਜੱਜ ਦੇ ਕੋਲ ਹੈ ਤੇ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਇਸ ਕਰਕੇ ਨਹੀਂ ਮਿਲੀ ਕਿ ਉਹਨਾਂ ਦੀ ਐਪਲੀਕੇਸ਼ਨ ਦੇ ਨਾਲ ਉਹਨਾਂ ਦੀ ਸਟੇਟਮੈਂਟ ਫਾਈਲ ਨਹੀਂ ਹੈ। ਜੇ ਤੁਹਾਡੀ ਐਪਲੀਕੇਸ਼ਨ ਫਾਈਲ ਹੈ ਤੇ ਸਟੇਟਮੈਂਟ ਫਾਈਲ ਨਹੀਂ ਹੈ ਤੁਹਾਡੀ EAD ਜਿਹੜੀ ਕਲਾਕ ਹੈ ਉਹ ਜੱਜ ਰੋਕ ਦਿੰਦੇ ਨੇ। ਜੇ ਕਈ ਲੋਕ ਤੁਸੀਂ ਸੁਣਨ ਵਿੱਚ ਆਏਗਾ ਮੇਰੀ ਕਲਾਕ 22 ਦਿਨਾਂ ਤੇ ਅੜੀ ਹੋਈ ਹੈ ਜਾਂ 120 ਦਿਨਾਂ ਤੇ ਅੜੀ ਹੋਈ ਹੈ ਉਹ ਇਸ ਕਰਕੇ ਕਿ ਤੁਹਾਡੇ ਕੇਸ ਦੇ ਵਿੱਚ ਕੁਛ ਨਾ ਕੁਛ ਮਿਸਿੰਗ ਹੈ, ਪੇਪਰ ਵਰਕ ਮਿਸਿੰਗ ਹੈ ਜਾਂ ਤੁਹਾਡੀ ਸਟੇਟਮੈਂਟ ਮਿਸਿੰਗ ਹੈ। ਸੋ ਜਿੰਨੀ ਦੇਰ ਤੱਕ ਉਹ ਸਬਮਿਟ ਨਹੀਂ ਹੁੰਦੀ ਹੈ ਉਨੀ ਦੇਰ ਤੱਕ ਤੁਹਾਡੀ EAD ਕਲਾਕ ਨਹੀਂ ਚੱਲਦੀ ਹੈ। ਤੇ ਕਈ ਲੋਕਾਂ ਦਾ ਪੇਪਰ ਵਰਕ ਕਰਕੇ ਜਾਂ ਡਿਲੇ ਫॉर ਐਗਜ਼ਾਮਪਲ ਜੇ ਤੁਸੀਂ ਅਫਰਮੇਟਿਵ ਐਪਲੀਕੇਸ਼ਨ ਲਾਈ ਹੋਈ ਹੈ ਤੇ ਤੁਹਾਡੀ ਇੰਟਰਵਿਊ ਆਈ ਸੀ ਤੁਸੀਂ ਇੰਟਰਵਿਊ ਤੇ ਨਹੀਂ ਗਏ ਤੁਹਾਨੂੰ ਤਾਂ ਵੀ ਵਰਕ ਪਰਮਿਟ ਨਹੀਂ ਮਿਲਦਾ ਕਿਉਂਕਿ ਉਹ ਰੋਕ ਦਿੰਦੇ ਨੇ ਤੁਹਾਡੀ ਵਰਕ ਪਰਮਿਟ ਦੀ ਕਲਾਕ ਨੂੰ। ਨਾ ਹੁਣ ਜੋ ਕੇਸਿਸ ਵਿੱਚ ਆ ਰਿਹਾ ਕਿ ਕੀ ਲੋਕਾਂ ਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਮਿਲੇਗਾ। ਹਰਕੀਰਤ ਜਿਹੜਾ ਨਵਾਂ ਰੂਲ ਆਇਆ ਅਗਸਤ 25 2020 ਵਿੱਚ ਨਵਾਂ ਰੂਲ ਸ਼ੁਰੂ ਹੋਇਆ ਕਿ ਜਿਹੜੇ ਲੋਕਾਂ ਨੇ ਅਸਾਈਲਮ ਫਾਈਲ ਕਰਨਾ ਹੈ ਅਗਸਤ 25 2020 ਵਿੱਚ ਜਿਨ੍ਹਾਂ ਨੇ ਕੇਸ ਫਾਈਲ ਕਰਨਾ ਹੈ ਉਹਨਾਂ ਨੂੰ ਵਰਕ ਪਰਮਿਟ ਵਾਸਤੇ ਵੇਟ ਕਰਨੀ ਪਏਗੀ 365 ਦਿਨ। ਸੋ ਇਹ ਲਾਗੂ ਹੁੰਦਾ 300 ਐਕਚੁਅਲੀ ਇਹ ਚੀਜ਼ ਜਿਹੜੀ ਲਾਗੂ ਹੋ ਜਾਂਦੀ ਹੈ ਅਗਸਤ 25 2020 ਤੋਂ ਪਹਿਲਾਂ ਲਾਗੂ ਹੋ ਜਾਂਦੀ ਹੈ। ਕਿਸ ਤਰ੍ਹਾਂ ਜੇ ਤੁਸੀਂ ਆਪਣਾ ਕੇਸ ਮਾਰਚ 27 2020 ਨੂੰ ਅਪਲਾਈ ਕੀਤਾ ਤੇ ਅਗਸਤ 25 2020 ਤੱਕ ਤੁਹਾਡੇ 150 ਦਿਨ ਪੂਰੇ ਹੋ ਜਾਂਦੇ ਨੇ ਤੇ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਜੇ ਤੁਸੀਂ ਆਪਣਾ ਕੇਸ ਮਾਰਚ 28 ਨੂੰ ਅਪਲਾਈ ਕੀਤਾ ਤੁਹਾਡੀ ਇਗਨੋਲੇਜਮੈਂਟ ਜੋ ਰਸੀਦ ਆਉਂਦੀ ਹੈ USCIS ਕੋਲੋਂ ਉਹਦੇ ਤੇ ਮਾਰਚ 28 ਦੀ ਜਾਂ ਬਾਅਦ ਦੀ ਡੇਟ ਲਿਖੀ ਹੋਈ ਹੈ ਤੇ ਤੁਹਾਨੂੰ 150 ਦਿਨਾਂ ਬਾਅਦ ਵਰਕ ਪਰਮਿਟ ਨਹੀਂ ਮਿਲੇਗਾ ਤੁਹਾਨੂੰ 365 ਦਿਨ ਵੇਟ ਕਰਨੀ ਪਏਗੀ ਵਰਕ ਪਰਮਿਟ ਨੂੰ ਅਪਲਾਈ ਕਰਨ ਵਾਸਤੇ। ਸੋ ਦੈਟਸ ਵੈਰੀ ਇੰਪੋਰਟੈਂਟ ਬਿਕਾਜ਼ ਲੋਕਾਂ ਨੂੰ ਉਸ ਚੀਜ਼ ਦੀ ਸਮਝ ਨਹੀਂ ਸੀ। ਜਦੋਂ ਇਹ ਰੂਲ ਉਹਨਾਂ ਨੇ ਕੀਤਾ ਤੇ ਕਾਫੀ ਅਟਰਨੀਜ਼ ਨੂੰ ਵੀ ਇਹ ਸਮਝਣ ਨੂੰ ਟਾਈਮ ਲੱਗਿਆ ਬਿਕਾਜ਼ ਆਪਾਂ ਸੋਚਦੇ ਸੀ ਨਹੀਂ ਇਹ 25 ਤੋਂ ਬਾਅਦ ਹੀ ਲਾਗੂ ਹੋਏਗਾ ਨਹੀਂ ਬਟ ਉਹ ਜੇ 25 ਤੋਂ ਬਾਅਦ ਨਹੀਂ ਉਹ ਐਕਚੁਅਲੀ 25 ਤੋਂ ਪਹਿਲਾਂ ਹੀ ਲਾਗੂ ਹੋ ਗਿਆ ਅਗਸਤ 25 ਤੋਂ ਹੀ ਕਿਉਂਕਿ ਤੁਹਾਡੇ 150 ਦਿਨ ਨਹੀਂ ਬਣਦੇ। ਜੇ 28 ਨੂੰ ਅਪਲਾਈ ਹੁੰਦਾ ਮਾਰਚ ਨੂੰ ਜਾਂ ਮਾਰਚ 29 ਨੂੰ ਅਪਲਾਈ ਹੁੰਦਾ ਤੁਹਾਡੇ 150 ਡੇਜ਼ ਪੂਰੇ ਨਹੀਂ ਹੁੰਦੇ। ਸੋ ਮਾਰਚ 27 2020 ਤੱਕ ਜੇ ਤੁਹਾਡਾ ਕੇਸ ਲੱਗਾ ਫਿਰ ਤੁਹਾਨੂੰ 150 ਡੇਜ਼ 'ਚ ਮਿਲ ਜਾਏਗਾ। ਜੇ 27 ਤੋਂ ਬਾਅਦ ਲੱਗਾ ਮਾਰਚ ਤੋਂ ਬਾਅਦ ਤੇ ਫਿਰ ਤੁਹਾਨੂੰ ਪੂਰੇ 365 ਦਿਨ ਵੇਟ ਕਰਨਾ ਪਏਗਾ। ਨਹੀਂ ਕਈ ਸਾਰੀ ਸਤਵੰਤ ਪ੍ਰੋਬਲਮਸ ਇਹ ਵੀ ਸਾਡੀ ਕਮਿਊਨਿਟੀ ਨੂੰ ਆਉਂਦੀ ਹੈ ਕਿ ਉਹਨਾਂ ਦਾ ਕੇਸ ਜਿਹੜਾ ਹੈਗਾ ਅਪਰੂਵ ਨਹੀਂ ਹੁੰਦਾ ਕੋਰਟ ਕਚਹਿਰੀਆਂ ਦੇ ਜਿਹਨੂੰ ਚੱਕਰ ਉਹਨਾਂ ਨੂੰ ਮਤਲਬ ਉਹਨਾਂ ਨੂੰ ਜਾਣਾ ਪੈਂਦਾ ਵਕੀਲ ਜਵਾਬ ਨਹੀਂ ਦਿੰਦਾ। ਸੋ ਕੀ ਅਸੀਂ ਇਸ ਅਸਾਈਲਮ ਕੇਸ ਨੂੰ ਜਿਵੇਂ ਕਿ ਤੁਹਾਨੂੰ ਇਸ ਟਾਈਮ ਪੂਰਾ ਅਮਰੀਕਾ ਵੇਖ ਰਿਹਾ ਹੈ ਸੋ ਈਵਨ ਅਗਰ ਕੋਈ ਚੇਂਜ ਕਰਾਉਣਾ ਚਾਹੁੰਦਾ ਹੈ ਦੇ ਵਾਂਟ ਟੂ
do some consultation with you? Can they do that? Absolutely. ਜੇ ਤੁਹਾਡੇ ਕੋਲ ਕੋਈ ਹੋਰ ਅਟਰਨੀ ਹੈ ਤੇ ਤੁਸੀਂ ਆਪਣੇ ਅਟਰਨੀ ਦੇ ਨਾਲ ਖੁਸ਼ ਨਹੀਂ ਹੋ ਤੇ ਤੁਸੀਂ ਆਪਣਾ ਅਟਰਨੀ ਕਦੀ ਵੀ ਚੇਂਜ ਕਰ ਸਕਦੇ ਹੋ। ਤੁਸੀਂ ਕਿਸੇ ਹੋਰ ਅਟਰਨੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਅਟਰਨੀ ਕਦੀ ਵੀ ਚੇਂਜ ਕਰ ਸਕਦੇ ਹੋ ਮਿਡਲ ਆਫ ਦ ਪ੍ਰੋਸੀਡਿੰਗਸ। ਇਦਾਂ ਦਾ ਕੋਈ ਨਹੀਂ ਹੈ ਕਿ ਤੁਸੀਂ ਉਸੇ ਹੀ ਅਟਰਨੀ ਨੂੰ ਰੱਖਣਾ। ਕਈ ਵਾਰੀ ਕੀ ਹੁੰਦਾ ਕਿ ਲੋਕ ਕੇਸ ਲਾਉਂਦੇ ਨੇ ਹਰਕੀਰਤ ਉਹਨਾਂ ਦਾ ਕੇਸ ਗ੍ਰਾਂਟ ਨਹੀਂ ਹੁੰਦਾ ਤੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਉਸੇ ਹੀ ਅਟਰਨੀ ਦੇ ਕੋਲ ਆਪਣਾ ਅਪੀਲ ਦਾ ਪ੍ਰੋਸੈਸ ਕਰਨਾ ਪਏਗਾ। ਇਹ ਵੀ ਸੱਚ ਨਹੀਂ ਹੈ। ਤੁਸੀਂ ਕਿਸੇ ਹੋਰ ਅਟਰਨੀ ਦੇ ਕੋਲ ਆਪਣੀ ਅਪੀਲ ਦਾ ਪ੍ਰੋਸੈਸ ਵੀ ਕਰ ਸਕਦੇ ਹੋ। ਪਰ ਪਹਿਲੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਕਲੀਅਰ ਹੋਣੀ ਚਾਹੀਦੀ ਹੈ। ਸੋ ਤੁਸੀਂ ਆਪਣੇ ਅਟਰਨੀ ਦੇ ਨਾਲ ਸਹੀ ਤਰ੍ਹਾਂ ਕਮਿਊਨੀਕੇਟ ਕਰੋ ਤਾਂ ਕਿ ਤੁਹਾਡਾ ਅਟਰਨੀ ਤੁਹਾਡੇ ਨਾਲ ਸਹੀ ਤਰੀਕੇ ਦੇ ਨਾਲ ਕਮਿਊਨੀਕੇਟ ਕਰ ਸਕੇ। ਅਪੈਰੈਂਟ transparency is very important. You have to be transparent in your case ਤਾਂ ਕਿ ਜੋ ਤੁਸੀਂ ਖੁੱਲ ਕੇ ਆਪਣੇ ਵਕੀਲ ਨੂੰ ਦੱਸ ਰਹੇ ਹੋ ਤੁਹਾਨੂੰ ਖੁੱਲ ਕੇ ਗਾਈਡ ਕਰ ਪਾਣਗੇ। ਜੀ ਹੁਣ ਮੈਂ ਇੱਕ ਅਹਿਮ ਜਿਹੜਾ ਵਿਸ਼ਾ ਸਾਡੀ ਕਮਿਊਨਿਟੀ ਦੇ ਵਿੱਚ ਹੈਗਾ ਮਸਲਾ ਬਹੁਤ ਵੱਡਾ ਹੈਗਾ ਸਤਵੰਤ, ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹੁੰਦਾ। ਸਾਡੇ ਨੌਜਵਾਨ ਜਿਹੜੇ ਨੇ ਉਹ ਡੋਂਕੀ ਪ੍ਰੋਸੈਸ ਜਿਹੜਾ ਹੈਗਾ ਉਹਨੂੰ ਬਹੁਤ ਅਹਿਮੀਅਤ ਦਿੰਦੇ ਹਨ ਕਿ ਬਈ ਆਪਾਂ ਬਾਰਡਰ ਟੱਪਾਂਗੇ ਅਸੀਂ ਛੇਤੀ ਪਹੁੰਚ ਜਾਵਾਂਗੇ, ਬੌਂਡ ਹੋਏਗਾ, ਬਾਹਰ ਆ ਜਾਵਾਂਗੇ। ਉਹ ਪ੍ਰੋਸੈਸ ਹੁਣ ਕਿਵੇਂ ਚੱਲ ਰਿਹਾ? ਸੋ ਪਹਿਲੀ ਗੱਲ ਤੇ ਹੁਣ ਹਰਕੀਰਤ ਬਹੁਤ ਸਟਾਪ ਹੋ ਗਿਆ। ਪਹਿਲੀ ਗੱਲ ਤੇ ਜਿਹੜੇ ਡੋਂਕੀ ਲਾ ਕੇ ਆ ਰਹੇ ਸੀ ਅੱਜ ਉਹ ਖਤਮ ਹੋ ਗਿਆ ਹਿਸਾਬ ਦੇ ਨਾਲ। ਬਹੁਤ ਹੀ ਰੇਅਰ ਓਕੇਜ਼ਨਸ ਹੋ ਰਹੇ ਨੇ ਕਿ ਬੌਂਡ ਹੋ ਰਿਹਾ ਕਿਸੇ ਦਾ ਜਾਂ ਲੋਕ ਇੰਟਰ ਕਰ ਰਹੇ ਨੇ। ਕੋਵਿਡ ਤੋਂ ਬਾਅਦ ਕਾਫੀ ਜ਼ਿਆਦਾ ਡਿਫਿਕਲਟ ਹੋ ਗਿਆ ਬਟ ਆਈ ਥਿੰਕ ਹੂ ਨੋਜ਼ ਕੋਵਿਡ ਖਤਮ ਹੁੰਦਿਆਂ ਹੀ ਫਿਰ ਆਉਣ ਲੱਗ ਪੈਣਗੇ। ਬਟ ਇਹ ਪਹਿਲੀ ਗੱਲ ਤੇ ਬਹੁਤ ਹੀ ਡਿਫਿਕਲਟ ਪ੍ਰੋਸੈਸ ਹੈ। ਜੋ ਮੁੰਡੇ ਆਏ ਨੇ ਉਹ ਆਪਸ ਵਿੱਚ ਹੀ ਜਾਂ ਤੁਸੀਂ ਕਿਸੇ ਦੀ ਕਹਾਣੀ ਸੁਣਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਕਿ ਉਹ ਕਿੰਨੀਆਂ ਤਕਲੀਫਾਂ ਦੇ ਨਾਲ ਇੱਥੇ ਪਹੁੰਚੇ ਨੇ। ਜੇ ਤੇ ਤੁਹਾਨੂੰ ਆਪਣੇ ਦੇਸ਼ ਵਿੱਚ ਵਾਕਈ ਕੋਈ ਪ੍ਰੋਬਲਮ ਹੈ ਤੇ ਫਿਰ ਤੇ ਬਣਦਾ ਕਿ ਤੁਸੀਂ ਪ੍ਰੋਸੀਕਿਊਸ਼ਨ ਤੁਹਾਡੇ ਤੇ ਅਤਿਆਚਾਰ ਹੋ ਰਿਹਾ ਤੁਸੀਂ ਉਸ ਅਤਿਆਚਾਰ ਨੂੰ ਬਚਨ ਕਰਕੇ ਇੱਥੇ ਆ ਰਹੇ ਹੋ ਕਿਉਂਕਿ ਹਰ ਕੋਈ ਆਪਣੀ ਜ਼ਿੰਦਗੀ ਤੇ ਜੋਖਮ ਲੈ ਕੇ ਇੱਥੇ ਪਹੁੰਚ ਰਿਹਾ। ਕੋਈ ਵੀ ਈਜ਼ੀ ਤਰੀਕੇ ਨਾਲ ਨਹੀਂ ਪਹੁੰਚ ਰਿਹਾ ਤੇ ਜੇ ਕਿਸੇ ਦੇ ਕੋਲ ਈਜ਼ੀ ਤਰੀਕਾ ਹੈ ਤੇ ਉਹਨੂੰ ਜ਼ਰੂਰ ਅਪਣਾਉਣਾ ਚਾਹੀਦਾ। ਹੁਣ ਨਵਾਂ ਰੂਲ ਜੋ ਹੋਇਆ ਉਹਦੇ ਨਾਲ ਕਾਫੀ ਚੇਂਜਸ ਹੋ ਗਏ ਨੇ। ਸੋ ਜੋ ਲੋਕ ਇਲੀਗਲ ਤਰੀਕੇ ਦੇ ਨਾਲ ਇੰਟਰ ਕਰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਵਰਕ ਪਰਮਿਟ 'ਤੇ ਬਹੁਤ ਅਸਰ ਪੈਂਦਾ ਹੀ। ਲੋਕ ਅਸਾਈਲਮ ਕਿਉਂ ਕਾਫੀ ਲੋਕ ਫਾਈਲ ਕਰ ਦਿੰਦੇ ਨੇ ਉਹ ਸੋਚਦੇ ਨੇ ਕਿ ਸਾਨੂੰ ਵਰਕ ਪਰਮਿਟ ਈਜ਼ੀ ਤਰੀਕੇ ਨਾਲ ਮਿਲ ਜਾਏਗਾ, ਈਜ਼ੀ ਮਿਲ ਜਾਏਗਾ, ਸਾਨੂੰ ਸੋਸ਼ਲ ਮਿਲ ਜਾਏਗੀ ਤੇ ਅਸੀਂ ਗੱਡੀ ਚਲਾਉਣ ਲੱਗ ਪਾਂਗੇ ਜਾਂ ਟਰੱਕ 'ਤੇ ਚੜ੍ਹ ਜਾਵਾਂਗੇ। ਰਾਈਟ, ਉਹਨਾਂ ਦਾ ਇਹ ਮਕਸਦ ਹੁੰਦਾ। ਹੁਣ ਉਹਨਾਂ ਨੇ ਕੀ ਕੀਤਾ ਕਿ ਜੋ ਲੋਕ ਨੇ ਇਲੀਗਲ ਤਰੀਕੇ ਦੇ ਨਾਲ ਜੇ ਇੰਟਰ ਕਰ ਰਹੇ ਨੇ ਜੇ ਉਹ 45 ਆਵਰਸ ਦੇ ਵਿੱਚ 48 ਘੰਟਿਆਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ DHS ਨੂੰ ਐਪਰੀਹੈਂਡ ਨਹੀਂ ਕਰਵਾਇਆ ਤੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਸੋ 48 ਘੰਟੇ ਦੀ ਤੁਹਾਡੀ ਐਂਟਰੀ ਦੇ ਵਿੱਚ ਤੁਹਾਨੂੰ ਜੇ ਆਈਸ ਨੇ ਨਹੀਂ ਫੜਿਆ, DHS ਨੇ ਨਹੀਂ ਫੜਿਆ ਤੇ ਤੁਸੀਂ ਉਹਨਾਂ ਨੂੰ ਨਹੀਂ ਦੱਸਿਆ ਕਿ ਮੈਂ ਅਸਾਈਲਮ ਲਾਣਾ ਚਾਹੁੰਦਾ ਵਾਂ ਤੇ ਮੈਨੂੰ ਮੇਰੇ ਦੇਸ਼ ਵਿੱਚ ਖਤਰਾ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਫੋਰ ਐਗਜ਼ਾਮਪਲ ਕੁਛ ਲੋਕ ਆਉਂਦੇ ਨੇ ਬੋਰਡਰ ਕ੍ਰਾਸ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਇੱਦਾਂ ਹੀ ਆ ਗਏ ਹਾਂ, ਸਾਨੂੰ ਕਿਸੇ ਨੇ ਫੜਿਆ ਨਹੀਂ ਹੈ। ਜੇ ਤੁਸੀਂ ਅਸਾਈਲਮ ਲਾਉਂਦੇ ਹੋ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਕਿਉਂਕਿ ਤੁਸੀਂ ਆਪਣੀ ਜਿਹੜੀ 1 ਈਅਰ ਦੀ ਡੈਡਲਾਈਨ ਹੈ ਉਹਨੂੰ ਦੱਸ ਹੀ ਨਹੀਂ ਪਾਓਗੇ ਕਿ ਮੈਂ ਕਿਹੜੀ ਤਰੀਕ ਨੂੰ ਐਂਟਰ ਕੀਤਾ, ਕਿੱਦਾਂ ਐਂਟਰ ਕੀਤਾ ਤੇ ਤੁਸੀਂ ਆਪਣੇ ਆਪ ਨੂੰ ਇੱਥੇ ਦੀ ਅਥਾਰਟੀਜ਼ ਨੂੰ ਦੱਸਿਆ ਵੀ ਨਹੀਂ ਕਿ ਮੈਂ ਐਂਟਰੀ ਕੀਤੀ ਹੈ। ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਅਸਾਈਲਮ ਦਾ। ਤੁਹਾਨੂੰ ਸਿਰਫ ਤਾਂ ਵਰਕ ਪਰਮਿਟ ਮਿਲੇਗਾ ਜੇ ਜੱਜ ਜਾਂ ਇਮੀਗ੍ਰੇਸ਼ਨ ਦਾ ਆਫਿਸਰ ਹੈ ਜਿਹੜਾ ਅਸਾਈਲਮ ਆਫਿਸਰ ਤੁਹਾਡਾ ਕੇਸ ਗ੍ਰਾਂਟ ਕਰਦਾ ਜਿਹਨੂੰ ਕਿ ਬਹੁਤ ਹੀ ਸਾਲ ਲੱਗ ਜਾਂਦੇ ਨੇ ਪ੍ਰੋਸੈਸ ਨੂੰ ਹੁੰਦੇ ਜੀ। ਮੈਨੂੰ ਮੈਸੇਜ ਕਿਸੇ ਨੇ ਕੀਤਾ ਤੇ ਉਹ ਪੁੱਛਣਾ ਚਾਹੁੰਦੇ ਹਨ ਕਿ ਡੋਂਟ ਟੇਕ ਮਾਈ ਨੇਮ, ਨਹੀਂ ਲੈਂਦਾ ਜੀ ਤੁਹਾਡਾ ਨਾਮ, ਤੇ ਵਕੀਲ ਸਾਹਿਬ ਨੂੰ ਪੁੱਛੋ ਮੈਂ ਅਸਾਈਲਮ ਦਾ ਕੇਸ ਲਾਇਆ ਸੀਗਾ, ਮੇਰਾ ਕੇਸ ਪਾਸ ਹੋ ਗਿਆ ਤੇ ਹੁਣ ਮੈਂ ਵਿਆਹ ਕਰਾਉਣਾ ਚਾਹੁੰਦਾ। ਜਦ ਮੈਂ ਵਿਆਹ ਕਰਾਵਾਂਗਾ ਸਿਟੀਜ਼ਨ ਕੁੜੀ ਹੈਗੀ ਹੈ ਕਿ ਮੇਰਾ ਅਸਾਈਲਮ ਦਾ ਕੇਸ ਹੀ ਪ੍ਰੋਸੈਸ ਹੋਵੇਗਾ ਜਾਂ ਫਿਰ ਇਟ ਵਿਲ ਗੈਟ ਚੇਂਜ? ਓਕੇ, ਸੋ ਜੇ ਤੁਸੀਂ ਅਸਾਈਲਮ ਦਾ ਕੇਸ ਲਾਇਆ ਸੀ ਤੇ ਤੁਹਾਡਾ ਅਸਾਈਲਮ ਦਾ ਕੇਸ ਪਾਸ ਹੋ ਗਿਆ ਮੀਨਿੰਗ ਕਿ ਜੇ ਜੱਜ ਨੇ ਤੁਹਾਡਾ ਕੇਸ ਗ੍ਰਾਂਟ ਕੀਤਾ ਤੇ ਤੁਹਾਨੂੰ ਇਨਡੈਫੀਨਿਟ ਅਸਾਈਲਮ ਮਿਲਿਆ। ਸੋ ਇਹਦਾ ਮਤਲਬ ਹੈ ਕਿ ਤੁਹਾਨੂੰ ਕਦੀ ਵੀ ਇੱਥੋਂ ਤੁਹਾਡਾ ਅਸਾਈਲਮ ਕੈਂਸਲ ਨਹੀਂ ਹੁੰਦਾ। ਜਿਹੜਾ ਅਸਾਈਲਮ ਆਫਿਸਰਸ ਗ੍ਰਾਂਟ ਕਰਦੇ ਨੇ ਉਹ USCIS ਰਿਫਿਊਜ਼ ਵੀ ਕਰ ਸਕਦੇ ਨੇ, ਖਤਮ ਵੀ ਕਰ ਸਕਦੇ ਨੇ, ਵਾਪਸ ਵੀ ਲੈ ਸਕਦੇ ਨੇ। ਇਨਡੈਫੀਨਿਟ ਅਸਾਈਲਮ ਮੀਨਸ ਕਿ ਤੁਹਾਨੂੰ ਪੱਕੇ ਤਰੀਕੇ ਦੇ ਨਾਲ ਜੱਜ ਦੇ ਕੋਲੋਂ ਅਸਾਈਲਮ ਮਿਲਿਆ ਸੋ ਯੂ ਹੈਵ ਇਟ ਇਨਡੈਫੀਨਿਟਲੀ। ਓਕੇ, ਨਾਓ ਜੇ ਤੁਹਾਨੂੰ ਆਲਰੇਡੀ ਅਸਾਈਲਮ ਗ੍ਰਾਂਟ ਹੋ ਗਿਆ ਤੇ ਤੁਸੀਂ ਸਾਲ ਦੇ ਬਾਅਦ ਵੈਸੇ ਵੀ ਆਪਣਾ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ। ਸੋ ਯੂ ਡੋਂਟ ਹੈਵ ਟੂ ਡੂ ਇਟ
ਥਰੂ ਯੋਰ ਵਾਈਫ। ਜੇ ਤੁਹਾਡੀ ਵਾਈਫ US ਸਿਟੀਜ਼ਨ ਹੈ ਫਿਰ ਤੁਹਾਨੂੰ ਕੋਈ ਖਾਸ ਹੈ ਨਹੀਂ ਕਿ ਫਾਇਦਾ ਨਹੀਂ ਹੈ, ਬਿਕਾਜ਼ ਤੁਹਾਡਾ ਆਲਰੇਡੀ ਅਸਾਈਲਮ ਗ੍ਰਾਂਟ ਹੋ ਚੁੱਕਿਆ ਤੇ ਤੁਹਾਨੂੰ ਤੁਹਾਡਾ ਜਿਹੜਾ ਗ੍ਰੀਨ ਕਾਰਡ ਹੈ ਉਹਦੇ ਥਰੂ ਮਿਲ ਜਾਏਗਾ। 1 ਸਾਲ ਦਾ ਵੇਟ ਪੀਰੀਅਡ ਹੈ, ਪਰ ਜੇ ਤੁਹਾਡਾ ਹੁਣ ਗ੍ਰਾਂਟ ਹੋਇਆ ਤਾਂ ਯੂ ਹੈਵ ਟੂ ਵੇਟ ਫॉर ਅ ਈਅਰ। ਜਿਵੇਂ ਤੁਸੀਂ ਕਿਹਾ ਸਤਵੰਤ ਕਿ ਜੇਕਰ 48 ਆਵਰਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਫੰਡ ਨਹੀਂ ਕਰਵਾਉਂਦੇ ਹੋਮਲੈਂਡ ਸਿਕਿਉਰਿਟੀ ਤੋਂ, ਤੁਸੀਂ ਆ ਜਾਂਦੇ ਹੋ ਬਾਹਰ, ਉਸ ਤੋਂ ਬਾਅਦ ਤੁਸੀਂ ਆਪਣਾ ਕੇਸ ਅਪਲਾਈ ਕਰਦੇ ਹੋ, ਔਰ ਜੇਕਰ ਤੁਹਾਨੂੰ ਹੋਮਲੈਂਡ ਸਿਕਿਉਰਿਟੀ ਫੜ ਲੈਂਦੀ ਹੈ ਕਿ ਉਹ ਡਿਪੋਰਟ ਕਰ ਦੇਣਗੇ ਤੁਹਾਨੂੰ ਵਾਪਸ? ਨਹੀਂ। ਸੋ ਜੇ ਤੁਸੀਂ ਆਪਣੇ ਆਪ ਨੂੰ ਅਰੈਸਟ ਨਹੀਂ ਕਰਵਾਇਆ ਤੇ ਤੁਸੀਂ ਬਾਹਰ ਆ ਗਏ ਹੋ ਤੇ ਤੁਸੀਂ ਅਸਾਈਲਮ ਦਾ ਕੇਸ ਲਾ ਰਿਹਾ, ਤੁਹਾਡਾ ਅਸਾਈਲਮ ਦਾ ਕੇਸ ਚੱਲੇਗਾ ਬਟ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਉਹ ਇੱਥੇ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਇਲੀਗਲ ਤਰੀਕੇ ਦੇ ਨਾਲ ਐਂਟਰੀ ਕੀਤੀ ਹੈ ਤੇ ਤੁਸੀਂ ਗਵਰਨਮੈਂਟ ਨੂੰ ਦੱਸਿਆ ਹੀ ਨਹੀਂ ਹੈ ਕਿ ਮੈਂ ਮਕਸਦ ਕੀ ਹੈ ਮੇਰਾ ਇੱਥੇ ਆਉਣ ਦਾ, ਕਿ ਮੈਨੂੰ ਆਪਣੇ ਦੇਸ਼ ਵਿੱਚ ਖਤਰਾ, ਤੁਸੀਂ ਦੱਸਿਆ ਨਹੀਂ ਹੈ, ਨਾ ਹੀ ਤੁਸੀਂ ਕਿਹਾ ਕਿ ਮੈਂ ਅਸਾਈਲਮ ਲਾਉਣਾ ਚਾਹੁੰਦਾ, ਫਿਰ ਉਹ ਕਿਉਂ ਤੁਹਾਨੂੰ ਵਰਕ ਪਰਮਿਟ ਦੇਣਗੇ? ਕੇਸ ਚੱਲੇਗਾ, ਵਰਕ ਪਰਮਿਟ ਤਾਂ ਮਿਲੇਗਾ ਜੇ ਤੁਹਾਡਾ ਕੇਸ ਅਪਰੂਵ ਹੋਏਗਾ। ਜਿਨ੍ਹਾਂ ਦੇ ਕੋਲ B1 B2 ਵੀਜ਼ੇ ਤੇ ਇੱਥੇ ਆਏ ਨੇ, ਲੀਗਲ ਐਂਟਰੀ ਜਿਨ੍ਹਾਂ ਨੇ ਕੀਤੀ ਹੈ ਔਰ ਉਹਨਾਂ ਨੂੰ ਲੱਗਦਾ ਕਿ ਮੈਂ ਵਾਪਸ ਜਾਵਾਂਗਾ, ਮੈਨੂੰ ਖਤਰਾ ਮੇਰੀ ਜਾਨ ਨੂੰ, ਤੇ ਕਿ ਉਹ ਵੀ ਅਪਲਾਈ ਕਰ ਸਕਦੇ ਹਨ? ਬਿਲਕੁਲ। ਸੋ ਜਿਸ ਤਰ੍ਹਾਂ ਕਿ ਮੈਂ ਕਿਹਾ, ਉਹ ਅਫਰਮੇਟਿਵ ਅਸਾਈਲਮ ਅਪਲਾਈ ਕਰਦੇ ਨੇ। ਜੋ ਲੋਕ B1 B2 ਵੀਜ਼ਾ ਦੇ ਉੱਤੇ ਆਏ ਹੋਏ ਨੇ ਤੇ ਜੇ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ ਤੇ ਉਹ ਅਸਾਈਲਮ ਦਾ ਕੇਸ ਕਰਨਾ ਚਾਹੁੰਦੇ ਨੇ, ਬਿਲਕੁਲ ਕਰ ਸਕਦੇ ਨੇ। ਪਰ ਉਹਨਾਂ ਨੇ ਜੇ ਅਗਸਤ 25 ਤੋਂ ਬਾਅਦ ਕੇਸ ਲਾ ਰਹੇ ਨੇ ਜਾਂ ਮਾਰਚ 27 ਤੋਂ ਬਾਅਦ ਕੇਸ ਲਾਇਆ ਤੇ ਉਹਨਾਂ ਨੂੰ 365 ਦਿਨ ਵੇਟ ਕਰਨੀ ਪਏਗੀ ਆਪਣੇ ਵਰਕ ਪਰਮਿਟ ਵਾਸਤੇ। ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਬਹੁਤ ਇੰਪੋਰਟੈਂਟ ਹੈ, ਆਈ ਥਿੰਕ ਇਹ ਲੋਕ ਸਮਝਦੇ ਨਹੀਂ ਹੈ ਕਿ ਅਸਾਈਲਮ ਦਾ ਜੋ ਕੇਸ ਹੈ ਉਹ ਸਾਲ ਦੇ ਵਿੱਚ ਲਾਣਾ ਹੁੰਦਾ ਹੈ। ਤੁਹਾਡੇ ਕੋਲ 1 ਸਾਲ ਦਾ ਟਾਈਮ ਹੁੰਦਾ ਕਿ ਤੁਸੀਂ ਕੇਸ ਲਾਉਂਦੇ ਹੋ, ਤੇ ਸਿਰਫ ਸਪੈਸ਼ਲ ਸਰਕਮਸਟੈਂਸਿਸ ਹੋਣ, ਜੇ ਤੁਸੀਂ ਸ਼ੋਅ ਕਰਦੇ ਹੋ ਕਿ ਮੇਰੇ ਕੁਝ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਮੈਂ ਸਾਲ ਦੇ ਵਿੱਚ ਕੇਸ ਨਹੀਂ ਲਾ ਪਾਇਆ। ਪਹਿਲੋਂ ਕੀ ਸੀ, ਇਹ ਨਵਾਂ ਰੂਲ ਆਉਣ ਤੋਂ ਪਹਿਲੋਂ ਇਸ ਤਰ੍ਹਾਂ ਸੀ ਕਿ ਜੇ ਤੁਸੀਂ ਆਪਣਾ ਸਾਲ ਤੋਂ ਬਾਅਦ ਕੇਸ ਲਾਉਂਦੇ ਹੋ ਤੇ ਤੁਸੀਂ ਕਹਿੰਦੇ ਸੀ ਕਿ ਮੇਰੇ ਕੋਈ ਸਪੈਸ਼ਲ ਸਰਕਮਸਟੈਂਸਿਸ ਨਹੀਂ, ਫਿਰ ਵੀ ਤੁਸੀਂ 150 ਦਿਨਾਂ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕਰ ਦਿੰਦੇ ਸੀ, ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਸੀ। ਬਟ ਨਵੇਂ ਰੂਲ ਦੇ ਮੁਤਾਬਿਕ ਜੇ ਤੁਸੀਂ ਆਪਣਾ ਕੇਸ ਸਾਲ ਤੋਂ ਬਾਅਦ ਲਾਇਆ, ਕਿ ਤੁਹਾਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ ਅਮਰੀਕਾ ਦੇ ਵਿੱਚ ਆਇਆ ਨੂੰ, ਤੇ ਤੁਸੀਂ ਅਗਸਤ 25 ਤੋਂ ਬਾਅਦ ਆਪਣਾ ਕੇਸ ਲਾ ਰਹੇ ਹੋ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ। ਬਿਲਕੁਲ। ਵਧੇਰੀ ਜਾਣਕਾਰੀ ਲਈ ਤੁਸੀਂ 7186750700 ਤੇ ਸਤਵੰਤ ਹੋਰਾਂ ਨੂੰ ਫੋਨ ਕਰ ਸਕਦੇ ਹੋ। ਜ਼ਿਆਦਾ ਤੁਹਾਨੂੰ ਜੇਕਰ ਕੋਈ ਵੀ ਮਦਦ ਚਾਹੀਦੀ ਹੈ, ਹੋਰ ਵੀ ਤੁਸੀਂ ਕੋਈ ਐਡਵਾਈਸ ਲੈਣੀ ਹੈ, ਨਾਟ ਓਨਲੀ ਅਸਾਈਲਮ, ਯੂ ਹੈਵ ਐਨੀ ਅਦਰ ਥਿੰਗ, ਤੇ ਤੁਸੀਂ ਤਾਂ ਵੀ 7186750700 ਤੇ ਕਾਲ ਕਰਕੇ ਅਟਰਨੀ ਸਤਵੰਤ ਕੌਰ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਆਪਣੇ ਸਵਾਲ। ਫ੍ਰੀ ਪਰਸਨਲ ਕੰਸਲਟੇਸ਼ਨ ਹੈ। ਕਾਲਰਸ ਜਿਨ੍ਹਾਂ ਨੇ ਕਾਲ ਕੀਤੀ, ਮੈਂ ਉਹਨਾਂ ਨੂੰ ਸ਼ੋਅ ਤੋਂ ਬਾਅਦ ਉਹਨਾਂ ਦੀ ਕਾਲਸ ਆਪਾਂ ਲਵਾਂਗੇ, ਲੇਕਿਨ ਫਿਲਹਾਲ ਮੈਨੂੰ ਇਜਾਜ਼ਤ ਲੈਣੀ ਪਵੇਗੀ। ਧੰਨਵਾਦ। ਸਤਿ ਸ੍ਰੀ ਅਕਾਲ। This is Just Broadcasting, and you're watching